ਵਾਹਿਗੁਰੂ ਸਾਹਿਬ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਬੈਠਾ ਸੋਢੀ ਪਾਤ ਸਾਹੋ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨ ਆਵੈ। ਫਿਰ ਆਈ ਘਰ ਅਰਜਣੇ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨ ਦੇਸਾਂ ਸੋਢੀਓ, ਹੋਰਸ ਅਜਰ ਨ ਜਰਿਆ ਜਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ ਪਹਿਲੀ ਵਾਰ ਦੀ 47ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਮਿਲਣ ਦਾ ਜ਼ਿਕਰ ਕਰਦੇ ਨੇ। ਕੱਲ੍ਹ ਆਪਾਂ 46ਵੀਂ ਪੌੜੀ ਵਿੱਚ ਸਰਵਣ ਕੀਤਾ ਸੀ, ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਕਰ ਆਈ। ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰਿਆਈ ਪ੍ਰਾਪਤ ਕੀਤੀ, ਗੁਰੂ ਅੰਗਦ ਦੇਵ ਬਣੇ। ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ 'ਤੇ ਟਿਕੇ। ਬਾਬਾ ਅਮਰਦਾਸ ਜੀ ਨੇ ਖਡੂਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਲਗਾਤਾਰ 12 ਸਾਲ ਸੇਵਾ ਕੀਤੀ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਤਰੁੱਠੇ ਪ੍ਰਸੰਨ ਹੋ ਗਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਅਤੇ ਆਪ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆ ਗਏ। ਇੱਥੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮਹਾਰਾਜ ਨੇ ਗੁਰਸਿੱਖੀ ਮਰਿਆਦਾ ਹੋਰ ਵੀ ਪ੍ਰਪੱਕ ਕੀਤੀ। ਪਹਿਲੇ ਪੰਗਤ ਪਾਛੈ ਸੰਗਤ, ਇਹ ਮਰਿਆਦਾ ਕਾਇਮ ਕੀਤੀ। ਸਾਰੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ। ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਥਾਪੀਆਂ। 22 ਪ੍ਰਚਾਰਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਸੀ। ਬੌਲੀ ਰਚੀ ਸਤਿਗੁਰੂ ਪਾਤਸ਼ਾਹ ਜੀ ਨੇ। ਸਤਿਗੁਰੂ ਜੀ ਦਾ ਜੀਵਨ ਇਤਿਹਾਸ ਬੜਾ ਲੰਬੇਰਾ ਹੈ, ਆਪ ਨੇ ਕਈ ਵਾਰਾਂ ਸਰਵਣ ਕੀਤਾ ਹੈ। ਆਓ ਭਾਈ ਗੁਰਦਾਸ ਜੀ
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕਰ ਰਹੇ ਨੇ। ਪਿਆਰ ਸ਼ਰਧਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਭਾਈ ਸਾਹਿਬ ਜੀ ਕਹਿੰਦੇ ਜੋ ਪਿਛਲਾ ਦੇਣਾ ਹੁੰਦਾ ਨਾ, ਉਹ ਜ਼ਰੂਰ ਦੇਣਾ ਪੈਂਦਾ ਹੈ। ਦਿਚੈ ਪੂਰਬ ਦੇਵਣਾ, ਪਹਿਲਾਂ ਦਾ ਜੋ ਮੰਨ ਲਓ ਕਿਸੇ ਦਾ ਕਰਜ਼ ਹੈ, ਉਹ ਸਮਾਂ ਆਉਣ 'ਤੇ ਦੇਣਾ ਪੈਂਦਾ ਹੈ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਫਿਰ ਜਿਸ ਦੀ ਵਸਤੂ ਹੋਵੇ ਉਸ ਦੇ ਹੀ ਘਰੇ ਆਉਂਦੀ ਹੈ। ਜਿਹਦੀ ਵਸਤੂ ਹੈ, ਜਿਹਦੀ ਚੀਜ਼ ਹੈ, ਉਹ ਮਾਲਕ ਹੈ ਉਸ ਦਾ, ਔਰ ਸਮਾਂ ਪਾ ਕੇ ਉਹ ਉਹਦੇ ਕੋਲ ਪੁੱਜਦੀ ਜ਼ਰੂਰ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜੋ ਇਹ ਇਸ਼ਾਰਾ ਕੀਤਾ ਹੈ, ਜਦੋਂ ਅਸੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਬਚਿੱਤਰ ਨਾਟਕ ਪੜ੍ਹਦੇ ਹਾਂ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਇਹਦੇ ਅਰਥ ਕਰਨ ਵਾਸਤੇ ਸਾਨੂੰ ਮਹਾਰਾਜ ਕਲਗੀਧਰ ਜੀ ਦੀ ਰਚਨਾ ਬਚਿੱਤਰ ਨਾਟਕ ਪੜ੍ਹਨਾ ਪਵੇਗਾ। ਜਿਹਦੀ ਵਸਤੂ ਹੈ ਉਹਦੇ ਹੀ ਘਰ ਦੇ ਵਿੱਚ ਆਉਂਦੀ ਹੈ। ਜੋ ਪਹਿਲਾਂ ਦਾ ਦੇਣਾ ਹੁੰਦਾ ਹੈ ਉਹ ਦੇਣਾ ਪੈਂਦਾ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਬਹੁਤ ਪਹਿਲੋਂ ਤੋਂ ਲੈ ਕੇ ਕਿਵੇਂ ਕਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੇਦੀ ਕੁਲ ਦੇ ਵਿੱਚ ਆਉਣਾ ਹੋਇਆ। ਫਿਰ ਚੌਥੇ ਥਾਂ 'ਤੇ ਗੁਰਤਾ ਗੱਦੀ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲੀ। ਮੈਂ ਗੱਲ ਇੱਥੋਂ ਸ਼ੁਰੂ ਕਰਾਂ। ਸ਼੍ਰੀ ਰਾਮ ਚੰਦਰ ਜੀ ਦੇ ਦੋ ਪੁੱਤਰ ਨੇ, ਲਵੂ ਤੇ ਕੁਸ਼ੂ। ਕਲਗੀਧਰ ਮਹਾਰਾਜ ਜੀ ਲਿਖਦੇ ਨੇ, ਸੀ ਸੁਤ ਬਹੁਰ ਭਏ ਦੋਏ ਰਾਜਾ, ਰਾਜ ਪਾਟ ਉਨਹੀ ਕੋ ਛਾਜਾ। ਸੀਤਾ ਦੇ ਦੋ ਪੁੱਤਰ ਹੋਏ, ਲਵ ਤੇ ਕੁਸ਼। ਪੰਜਾਬ ਦੇ ਜੰਮੇ ਜਾਏ ਸਨ। ਰਿਸ਼ੀ ਦੀ ਕੁਟੀਆ ਵਿੱਚ ਜਨਮ ਹੋਇਆ। ਪੰਜਾਬੀ ਉਸਤਾਦ ਦੇ ਕੋਲੋਂ ਪੜ੍ਹੇ, ਵਿਦਿਆ ਗ੍ਰਹਿਣ ਕੀਤੀ, ਸ਼ਸਤਰ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਹੋਏ। ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਘੋੜਾ ਛੱਡਿਆ ਸੀ, ਉਦੋਂ ਇਹ ਸ਼੍ਰੀ ਰਾਮ ਚੰਦਰ ਦੇ ਪੁੱਤਰਾਂ ਨੇ ਹੀ ਘੋੜਾ ਰੋਕਿਆ ਸੀ। ਜੰਗ ਹੋਇਆ, ਸਾਰੀ ਫੌਜ ਮਾਰ ਦਿੱਤੀ ਸੀ। ਫਿਰ ਅੰਮ੍ਰਿਤ ਛਿੜਕ ਕੇ ਉਸ ਫੌਜ ਨੂੰ ਸੁਰਜੀਤ ਕੀਤਾ ਸੀ। ਸੀ ਸੁਤ ਬਹੁਰ ਭਏ ਦੋਏ ਰਾਜਾ, ਰਾਜ ਪਾਟ ਉਨਹੀ ਕੋ ਛਾਜਾ। ਮਦਰ ਦੇਸ਼ ਏਸ਼ਵਰਜ ਬਰੀ ਜਬ, ਭਾਂਤ ਭਾਂਤ ਕੇ ਜਗ ਕੀਏ ਤਬ। ਵੱਡੇ ਹੋਏ, ਰਾਜਕੁਮਾਰੀਆਂ ਦੇ ਨਾਲ ਵਿਆਹੇ ਗਏ, ਰਾਜ ਭਾਗ ਕਰਦੇ ਰਹੇ। ਤਹੀ ਤਿਨੈ ਬਾਂਧੇ ਦੋਏ ਪੁਰਵਾ, ਏਕ ਕਸੂਰ ਦੁਤੀ ਲਹੁਰਵਾ। ਇਹਨਾਂ ਦੋਵਾਂ ਨੇ ਪੰਜਾਬ ਦੀ ਧਰਤੀ 'ਤੇ ਦੋ ਨਗਰ ਆਬਾਦ ਕੀਤੇ, ਦੋ ਨਗਰ ਵਸਾਏ। ਜਿਹੜਾ ਲਵ ਸੀ ਉਹਨੇ ਲਾਹੌਰ ਸ਼ਹਿਰ ਵਸਾਇਆ ਅਤੇ ਕੁਸ਼ ਨੇ ਕਸੂਰ ਵਸਾਇਆ। ਆਪੋ ਆਪਣੀਆਂ ਰਾਜਧਾਨੀਆਂ ਕਾਇਮ ਕਰ ਲਈਆਂ। ਅਦਕਪੁਰੀ ਤੇ ਦਊ ਬਿਰਾਜੀ, ਨਿਰਖ ਲੰਕ ਅਮਰਾਵਤ ਲਾਜੀ। ਏਡੀਆਂ ਸੋਹਣੀਆਂ ਇਹ ਰਾਜਧਾਨੀਆਂ, ਇਹ ਨਗਰੀਆਂ ਵਸਾਈਆਂ, ਜਿਨ੍ਹਾਂ ਦੀ ਸ਼ੋਭਾ ਕਥਨ ਤੋਂ ਪਰੇ ਸੀ। ਨਿਰਖਪੁਰੀ
ਨਿਰਖ ਲੰਕ ਅਮਰਾਵਤ ਲਾਜੀ, ਜਿਹਨੂੰ ਵੇਖ ਕੇ ਲੰਕਾ ਵੀ ਸ਼ਰਮਸ਼ਾਰ ਹੋ ਜਾਏ। ਰਾਵਣ ਦੀ ਲੰਕਾ ਵੀ ਇੰਨੀਆਂ ਸੋਹਣੀਆਂ ਇਹ ਪੁਰੀਆਂ ਸਨ, ਕਸੂਰ ਅਤੇ ਲਾਹੌਰ। ਅੱਜ ਵੀ ਇਹ ਨਗਰ ਆਬਾਦ ਵਸਦੇ ਹੈ, ਬੜੇ ਪੁਰਾਣੇ ਇਹ ਸ਼ਹਿਰ ਹਨ। ਉਸ ਤੋਂ ਬਾਅਦ ਬਹੁਤ ਸਮਾਂ ਰਾਜ ਜਦ ਕੀਤਾ ਲਵ ਅਤੇ ਕੁਸ਼ ਨੇ। ਕਾਲ ਬੜਾ ਬਲਵਾਨ ਹੁੰਦਾ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਬਹੁਤ ਕਾਲ ਤਿਨ ਰਾਜ ਕਮਾਇਓ, ਜਾਲ ਕਾਲ ਤੇ ਅੰਤ ਫਸਾਇਓ। ਲੰਮਾ ਸਮਾਂ ਇਹ ਲਵ ਅਤੇ ਕੁਸ਼ ਰਾਜ ਕਰਦੇ ਰਹੇ। ਇੱਕ ਦੀ ਰਾਜਧਾਨੀ ਲਾਹੌਰ ਹੈ, ਦੂਜੇ ਦੀ ਕਸੂਰ ਹੈ। ਸਮਾਂ ਪਾ ਕੇ ਜਦ ਕਾਲ ਵਸ ਹੋ ਗਏ, ਤਿਨ ਤੇ ਪੁੱਤਰ ਪੌਤਰ ਜੇ ਵਏ, ਰਾਜ ਕਰਤ ਇਹ ਜਗ ਮੋਹ ਭਏ। ਇਹਨਾਂ ਦੇ ਅੱਗੇ ਜਿਹੜੇ ਪੁੱਤ ਪੋਤਰੇ ਹੋਏ ਉਹ ਰਾਜ ਕਰਦੇ ਰਹੇ। ਕਸੂਰ ਵਾਲੇ ਵੀ ਲਾਹੌਰ ਵਾਲੇ ਵੀ ਇਲਾਕਾ ਵੰਡਿਆ ਇਹਨਾਂ ਨੇ। ਚਾਚੇ ਤਾਇਆਂ ਦੇ ਪੁੱਤ ਭਰਾ ਨੇ। ਗਾਂ ਪੀੜ੍ਹੀਆਂ ਵੱਧ ਜਾਂਦੀਆਂ ਨੇ, ਖੂਨ ਤਾਂ ਇੱਕ ਹੀ ਹੈ ਨਾ। ਲੰਮਾ ਸਮਾਂ ਇਹ ਰਾਜ ਕਰਦੇ ਰਹੇ। ਕਸੂਰ ਵਾਲੀ ਜਿਹੜੀ ਰਾਜਧਾਨੀ ਹੈ, ਕੁਸ਼ ਦੀ ਕੁਲ, ਉਹਦੇ ਵਿੱਚ ਸਮਾਂ ਪਾ ਕੇ ਇੱਕ ਰਾਜਾ ਹੋਇਆ। ਉਹਦਾ ਨਾਮ ਸੀ ਕਾਲਕੇਤ। ਅਤੇ ਲਵ ਦੀ ਰਾਜਧਾਨੀ ਜਿਹੜੀ ਸੀ ਲਾਹੌਰ, ਸਮਾਂ ਪਾ ਕੇ ਲੰਮੇ ਸਮੇਂ ਬਾਅਦ ਉਹਦੇ ਵਿੱਚ ਇੱਕ ਰਾਜਾ ਹੋਇਆ ਕਾਲ ਰਾਏ। ਲਾਹੌਰ ਅਤੇ ਕਸੂਰ, ਇਹਨਾਂ ਦੋਨਾਂ ਰਾਜਧਾਨੀਆਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ, ਵੈਰ ਵੱਧ ਗਿਆ। ਕਈ ਜੰਗ ਹੋਏ, ਕਈ ਸਾਲ ਲੜਦੇ ਰਹੇ। ਕਸੂਰ ਵਾਲੇ ਕਹਿੰਦੇ ਸੀ ਅਸੀਂ ਲਾਹੌਰ ਵਾਲਿਆਂ ਨੂੰ ਜਿੱਤ ਕੇ ਕੱਢ ਦੇਣਾ ਹੈ। ਲਾਹੌਰ ਵਾਲੇ ਕਹਿੰਦੇ ਸੀ ਅਸੀਂ ਕਸੂਰ ਵਾਲਿਆਂ ਨੂੰ ਬਾਹਰ ਕੱਢ ਦੇਣਾ ਇੱਥੋਂ। ਲੰਮਾ ਸਮਾਂ ਜਦ ਜੰਗ ਹੋਇਆ, ਅਖੀਰ ਵਿੱਚ ਜਿਹੜਾ ਕਾਲਕੇਤ ਸੀ ਨਾ, ਕਾਲਕੇਤ ਨੇ ਕਾਲ ਰਾਏ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਦੋਂ ਕਾਲ ਰਾਏ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ, ਕਾਲਕੇਤ ਭਇਓ ਬਲੀ ਅਪਾਰਾ, ਕਾਲ ਰਾਏ ਜਿਨ ਨਗਰ ਨਿਕਾਰਾ। ਕਾਲਕੇਤ ਜਿਹੜਾ ਸੀ ਇਹ ਕਸੂਰ ਵਾਲਾ ਸੀ, ਅਤੇ ਜਿਹੜਾ ਕਾਲ ਰਾਏ ਸੀ ਇਹ ਲਾਹੌਰ ਵਾਲਾ ਸੀ। ਮਤਲਬ ਇਹ ਹੋਇਆ, ਕਾਲਕੇਤ ਜਿਹੜਾ ਬਲ ਵਾਲਾ ਸੀ, ਤਾਕਤ ਵਾਲਾ ਸੀ, ਕਸੂਰ ਵਾਲਿਆਂ ਨੇ ਲਾਹੌਰ ਵਾਲਿਆਂ ਨੂੰ ਹਰਾ ਦਿੱਤਾ, ਪੰਜਾਬ ਤੋਂ ਬਾਹਰ ਕੱਢ ਦਿੱਤਾ। ਲਾਹੌਰ ਵਾਲੇ ਜਿਹੜੇ ਸੀ ਉਹ ਫਿਰ ਹਾਰ ਕੇ ਸਨੌਡ ਦੇਸ਼ ਨੂੰ ਚਲੇ ਗਏ, ਜੋ ਮਥੁਰਾ, ਆਗਰਾ ਅਤੇ ਅਮਰਕੋਟ ਤੱਕ ਦਾ ਇਲਾਕਾ ਨਾ, ਭਰਤਪੁਰ ਤੱਕ ਦਾ, ਇਹਨੂੰ ਸਨੌਡ ਦੇਸ਼ ਕਿਹਾ ਜਾਂਦਾ ਸੀ। ਸਨੌਡ ਦੇਸ਼ ਦਾ ਜਿਹੜਾ ਰਾਜਾ ਸੀ ਨਾ, ਉਸ ਰਾਜੇ 'ਤੇ, ਅਮਰਕੋਟ ਵਾਲੇ ਰਾਜੇ 'ਤੇ ਜਾ ਕੇ ਲਾਹੌਰ ਵਾਲਿਆਂ ਨੇ ਚੜ੍ਹਾਈ ਕਰ ਦਿੱਤੀ। ਉਹ ਰਾਜਾ, ਉਹਨੇ ਸੁਲ੍ਹਾ ਕਰਨੀ ਚਾਹੀ ਅਮਰਕੋਟ ਵਾਲੇ ਨੇ। ਉਹਨੇ ਕਿਹਾ ਵੀ ਜੇ ਤੂੰ ਮੇਰੇ ਨਾਲ ਸੁਲ੍ਹਾ ਕਰੇ, ਖੂਨ ਨਾ ਡੁੱਲੇ, ਚੰਗੀ ਗੱਲ ਹੈ, ਸਹੀ ਰਸਤਾ ਅਪਣਾ ਕੇ ਆ ਮੇਰੇ ਕੋਲ। ਮੈਂ ਰਾਜ ਭਾਗ ਕਰਕੇ ਰੱਜ ਚੁੱਕਿਆ ਹਾਂ, ਮੇਰੇ ਇੱਕ ਧੀ ਹੈ, ਮੈਂ ਉਹਦਾ ਵਿਆਹ ਤੇਰੇ ਨਾਲ ਕਰ ਦੇਵਾਂਗਾ, ਜਿੰਨਾ ਰਾਜ ਭਾਗ ਹੈ ਸਾਰਾ ਮੈਂ ਦਾਜ 'ਚ ਦੇ ਦੇਵਾਂਗਾ। ਫਿਰ ਇਹ ਜਿਹੜਾ ਸੀ ਨਾ ਲਾਹੌਰ ਵਾਲਾ, ਇਹਦਾ ਵਿਆਹ ਸਨੌਡ ਦੇਸ਼ ਦੇ ਰਾਜੇ ਦੀ ਲੜਕੀ, ਉਹਦਾ ਨਾਮ ਸਨੌਡੀ ਸੀ, ਉਹਦੇ ਨਾਲ ਹੋ ਗਿਆ। ਕਲਗੀਧਰ ਮਹਾਰਾਜ ਜੀ ਲਿਖਦੇ ਨੇ, ਭਾਜ ਸਨੌਡ ਦੇਸ਼ ਤੇ ਗਏ, ਤਹੀ ਭੂਪਜਾ ਵਿਆਹਤ ਪਏ। ਉਹ ਪੰਜਾਬ 'ਚੋਂ ਸਨੌਡ ਦੇਸ਼ ਚਲਿਆ ਗਿਆ ਅਤੇ ਉੱਥੇ ਅਮਰਕੋਟ ਵਾਲੇ ਰਾਜੇ ਦੀ ਲੜਕੀ ਦੇ ਨਾਲ ਵਿਆਹ ਹੋਇਆ।
ਰਾਜ ਭਾਗ ਮਿਲਿਆ। ਤੇ ਫਿਰ ਅੱਗੇ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ। ਸਨੌਡੀ ਜਿਹੜੀ ਲੜਕੀ ਸੀ ਨਾ, ਉਹਦੇ ਘਰ ਦੇ ਵਿੱਚ ਉਹਦੇ ਗਰਭ ਤੋਂ ਇੱਕ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਅੱਧਾ ਨਾਮ ਮਾਂ ਤੋਂ ਲੈ ਕੇ ਤੇ ਅੱਧਾ ਪਿਓ ਤੋਂ ਲੈ ਕੇ ਉਹਦਾ ਨਾਂ ਰੱਖਿਆ ਗਿਆ। ਸਨੌਡ ਤੋਂ ਸੋਢੀ ਤੇ ਕਾਲ ਰਾਏ ਤੋਂ ਨਾਮ ਰਾਏ ਰੱਖਿਆ ਗਿਆ। ਉਹ ਜਿਹੜਾ ਸੀ ਨਾ, ਉਹਦਾ ਨਾਮ ਸੋਢੀ ਰਾਏ ਰੱਖਿਆ। ਲਾਹੌਰ ਵਾਲਾ ਜਿਹੜਾ ਰਾਜਾ ਸੀ, ਪੰਜਾਬ ਤੋਂ ਜਦੋਂ ਚਲਿਆ ਗਿਆ, ਅਮਰਕੋਟ ਵਾਲੇ ਰਾਜੇ ਦੀ ਲੜਕੀ ਨਾਲ ਉਹਦੀ ਸ਼ਾਦੀ ਹੋਈ, ਅੱਗੇ ਪੁੱਤਰ ਪੈਦਾ ਹੋਇਆ, ਉਹਦਾ ਨਾਮ ਸੋਢੀ ਰਾਏ ਰੱਖਿਆ। ਉੱਥੋਂ ਫਿਰ ਇਹ ਸੋਢ ਬੰਸ ਚੱਲੀ। ਇਹ ਬੜੀ ਪੁਰਾਣੀ ਤੇ ਬੜੀ ਲੰਮੀ ਕਥਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਇਸ ਕਥਾ ਨੂੰ ਬਿਆਨ ਕੀਤਾ ਹੈ। ਕਲਗੀਧਰ ਮਹਾਰਾਜ ਲਿਖਦੇ ਨੇ, ਤਿਹ ਕੇ ਪੁੱਤਰ ਭਇਓ ਜੋ ਧਾਮਾ। ਉਹਦੇ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਕਾਲ ਰਾਏ ਦੇ ਘਰ ਵਿੱਚ, ਸੋਢੀ ਰਾਏ ਧਰਾ ਤਿਹ ਨਾਮਾ, ਉਹਦਾ ਨਾਮ ਸੋਢੀ ਰਾਏ ਰੱਖਿਆ। ਬੰਸ ਸਨੌਡ ਤਾ ਦਿਨ ਤੇ ਥੀਆ, ਪਰਮ ਪਵਿੱਤਰ ਪੁਰਖ ਜੂ ਕੀਆ। ਤਾਤੇ ਪੁੱਤਰ ਪੌਤਰ ਹੋਏ ਆਏ, ਤੇ ਸੋਢੀ ਸਭ ਜਗਤ ਕਹਾਏ। ਉਹਨਾਂ ਦੇ ਅੱਗੇ ਜਿੰਨੇ ਵੀ ਪੁੱਤ ਪੋਤਰੇ ਹੋਏ, ਉਹ ਜਗਤ ਦੇ ਵਿੱਚ ਆਪਣੇ ਆਪ ਨੂੰ ਸੋਢੀ ਕਹਾਉਂਦੇ ਰਹੇ। ਸੋਢ ਬੰਸ ਸੰਸਾਰ ਦੇ ਵਿੱਚ ਚੱਲਿਆ। ਜਿਹੜਾ ਸੋਢੀ ਰਾਏ ਸੀ, ਸੋਢੀ ਰਾਏ ਤੋਂ 5ਵੀਂ ਪੀੜ੍ਹੀ 'ਤੇ ਜਾ ਕੇ ਵਿਜੇ ਰਾਏ ਹੋਇਆ। ਤੇ ਵਿਜੇ ਰਾਏ ਨੇ ਜਦੋਂ ਇਤਿਹਾਸ ਪੜ੍ਹਿਆ, ਉਹਨੇ ਪੁਰਾਣਾ ਵੈਰ ਚੇਤੇ ਕੀਤਾ। ਜਿਹੜਾ ਸੀ ਨਾ ਵਿਜੇ ਰਾਏ, ਉਹਨੇ ਪੁਰਾਣਾ ਵੈਰ ਚੇਤੇ ਕੀਤਾ ਵੀ ਸਾਡੇ ਹੀ ਸ਼ਰੀਕਾਂ ਨੇ, ਕਸੂਰ ਵਾਲਿਆਂ ਨੇ ਸਾਡੇ ਵਡੇਰਿਆਂ ਨੂੰ ਲਾਹੌਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਉਹ ਇੱਥੇ ਆਏ, ਅਮਰਕੋਟ ਦੇ ਰਾਜੇ ਦੀ ਲੜਕੀ ਨਾਲ ਵਿਆਹ ਹੋਇਆ, ਫਿਰ ਗਾਂ ਇਹ ਸਾਡੀ ਸੋਢੀ ਕੁੱਲ ਚੱਲੀ। ਉਹਨੇ ਉਸ ਵੈਰ ਨੂੰ ਚਿਤਾਰ ਲਿਆ ਤੇ ਵੈਰ ਨੂੰ ਚੇਤੇ ਕਰਕੇ ਜਿਹੜੀ ਕਸੂਰ ਸੀ ਨਾ ਰਾਜਧਾਨੀ, ਉਦੋਂ ਇੱਥੇ ਮਹਾਰਾਜਾ ਸੀ ਧੀਰ ਰਾਏ। ਉਹਨੇ ਕਸੂਰ ਦੇ ਉੱਤੇ ਚੜ੍ਹਾਈ ਕਰ ਦਿੱਤੀ, ਹਮਲਾ ਕਰ ਦਿੱਤਾ ਵੀ ਤੁਸੀਂ ਸਾਡੇ ਵਡੇਰਿਆਂ ਨੂੰ ਲਾਹੌਰ 'ਚੋਂ ਕੱਢਿਆ ਸੀ ਰਹਿਣ, ਅਸੀਂ ਵੀ ਤੁਹਾਨੂੰ ਨਹੀਂ ਦੇਣਾ। ਜਦ ਇਹ ਚੜ੍ਹਾਈ ਕੀਤੀ, ਹਮਲਾ ਕੀਤਾ, ਫਿਰ ਕੀ ਹੋਇਆ? ਫਿਰ ਜਿਹੜੇ ਕਸੂਰ ਵਾਲੇ ਸੀ, ਕੁਸ਼ ਦੀ ਸੰਤਾਨ ਵਾਲੇ ਧੀਰ ਰਾਏ, ਉਹ ਰਾਜਾ ਜੰਗ ਵਿੱਚ ਹਾਰ ਗਿਆ। ਤੇ ਜਿਹੜਾ ਵਿਜੇ ਰਾਏ ਸੀ ਨਾ, ਸੋਢੀ ਕਾਲ ਰਾਏ ਦੀ ਕੁੱਲ ਵਾਲਾ, ਵੰਸ਼ ਵਾਲਾ, ਉਹ ਜਿੱਤ ਗਿਆ। ਵਿਜੇ ਰਾਏ ਨੇ ਐਸੀ ਹਾਰ ਦਿੱਤੀ ਕਿ ਉਸ ਨੂੰ ਜਿੱਤ ਕੇ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ। ਜਿਹੜਾ ਵਿਜੇ ਰਾਏ ਸੀ ਨਾ ਸੋਢੀ, ਉਹ ਜੰਗ ਜਿੱਤ ਗਿਆ। ਕਸੂਰ ਵਾਲਿਆਂ ਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ। ਕਲਗੀਧਰ ਮਹਾਰਾਜ ਲਿਖਦੇ ਨੇ, ਲਵੀ ਸਰਬ ਜੀਤੇ ਕੁਸੀ ਸਰਬ ਹਾਰੇ, ਬਚੇ ਜੋ ਬਲੀ ਪ੍ਰਾਨ ਲੈ ਕੇ ਸਿਧਾਰੇ। ਚਤੁਰ ਵੇਦ ਪਠਿਅੰ ਕੀਓ ਕਾਸ ਬਾਸੰ, ਘਨੈ ਬਰਖ ਕੀਨੇ ਤਹਾਂ ਹੀ ਨਿਵਾਸੰ। ਲਾਹੌਰ ਵਾਲੇ ਜਿਹੜੇ ਸੀ ਨਾ, ਉਹ ਜਿੱਤ ਗਏ, ਕਸੂਰ ਵਾਲੇ ਹਾਰ ਗਏ। ਜਦੋਂ ਇਹ ਹਾਰੇ ਕਸੂਰ ਵਾਲੇ, ਤੇ ਫਿਰ ਇਹ ਜਾਨ ਬਚਾ ਕੇ ਪੰਜਾਬ ਤੋਂ ਬਾਹਰ ਚਲੇ ਗਏ। ਪੰਜਾਬ ਤੋਂ ਬਾਹਰ ਜਾ ਕੇ ਨਾ ਇਹ ਅਯੁੱਧਿਆ ਦੇਸ਼, ਉੱਥੇ ਜਾ ਕੇ ਖੇਤੀ ਕਰਨ ਲੱਗ ਪਏ, ਧਨੀ ਬਣੇ। ਇਹਨਾਂ ਦੀ ਅੱਗੇ ਸੰਤਾਨ ਉਸ ਇਲਾਕੇ ਵਿੱਚ ਵੱਸਦੀ ਰਹੀ। ਇਹ ਜਿਹੜੇ ਹਾਰ ਕੇ ਗਏ ਸੀ ਕੁਸ਼ ਦੀ ਵੰਸ਼ ਵਾਲੇ, ਇਹਨਾਂ ਦੀ ਵੰਸ਼ ਦੇ ਵਿੱਚੋਂ ਅੰਮ੍ਰਿਤ ਰਾਏ ਇੱਕ ਮਹਾਂਪੁਰਸ਼ ਹੋਇਆ। ਉਹਨੇ ਕਾਂਸ਼ੀ ਵਿੱਚ ਜਾ ਕੇ
ये जिहड़ी कुश दी संतान वाले सी, इन्हां काशी विच जाके ना वेद पढ़े, वेदां दा ज्ञान हासिल कीता। ਅੰਮ੍ਰਿਤ ਰਾਏ ਕੁਸ਼ ਦੀ ਕੁਲ वाला बहुत वड्डा वेद पाठी बन गया। ਤੇ ਜਦੋਂ वेदां दा ज्ञान हासिल कीता, कई विद्वानां नूं जित लिया, सारे देश दे विच इहदी प्रसिद्धता हो गई। दूर दूर दे विद्वान इन्हां दे कोल आउंदे सन। समां अपनी चाल दे नाल चलदा गया। इधर जिहड़ा सी ना लाहौर शहर वाला राजा, वो भी बड़ा धर्मी सी। समां पा के वो संतां महापुरखां दी संगत करदा सी, सेवा विच रहिंदा हुंदा सी। जदों लाहौर वाले राजे मुल्क राय ने सुनिया कि कोई अमृत राय है, बड़ा वड्डा वेदां दा विद्वान, पता करना चाहिए किहड़ी कुल किहड़ी खानदान विचों है। जदों इन्हें पता करवाया, इनू पता लग्या भी ये तां साडे भरावां विचों है, कुश दी संतान दे विचों है। फिर लाहौर वाले राजे ने जिहड़े कसूर वाले सी ना, जिन्हां वेद पढ़े, एक दूत भेजिया, चिट्ठी भेजी भी अपने प्यो दादे लड़ते रहे है, आपां वैर भाव दूर करिए ते भरावां वांग रहीए। लाहौर वाले राजे ने, मुल्क राय ने अमृत राय नूं चिट्ठी भेजी। कलगीधर जी लिखते ने, पठे कागद मद्र राजा सुधारं, अपो आप मों बैर भावं विसारं। जदों कुश दी संतान वालियां चिट्ठी पढ़ी अमृत राय ने, वो फिर जिन्ने वेद पाठी सी ना सारे वो पंजाब आ गए। कुश दी कुल वालियां ने वेद पढ़े, वेदां दे पाठी बने, ते उथों फिर बेदी कुल चली, जिस कुल दे विच गुरु नानक साहिब परमेश्वर आप सतगुरु दा आउणा होया। ते जदों वो अमृत राय होर वेद पाठियां दे नाल पंजाब आया, जिथे अजकल अमृतसर है, उदों इत्थे ब्यासा ते सक्की नदी दा संगम हुंदा सी, मेल हुंदा सी। लाहौर वाला जिहड़ा राजा वो इत्थे आया ते इन्हां वेद पाठियां नूं मिलिया। अमृत राय तो लाहौर वाले राजे ने वेद सुने, ते फिर वेद जिमें जिमें अमृत राय ने पढ़ के सुनाए, उन्हें अर्थ हाव भाव दे नाल कीते, भाव हत्थां दे इशारे नाल। एक तो हुंदा गल बोल के समझाउणी, उन्हें हत्थां दे इशारे दे नाल अर्थ दसे। वेद पढ़ी गया, नाल नाल वो अर्थ भाव इशारियां दे नाल दसी गया। लाहौर वाला जिहड़ा राजा सी वो बड़ा खुश होया। महाराज लिखते ने, धुनंग वेद की भूपता ते कराई, सबै पास बैठे सभा बीच भाई। पढ़े साम वेदं जुजर वेद कथं, ऋगं वेद पठ्यं करे भाव हथं। शाम वेद पढ़ के सुनाया, जुजर वेद पढ़ के सुनाया, ऋग वेद पढ़ के सुनाया, हत्थां दे इशारियां दे नाल इशारे कर करके उन्हें अर्थ दसे। अथर वेद पठ्यं सुने पाप नठ्यं, रहा रीज राजा। जिहड़ा लाहौर वाला राजा सी ना, मुल्क राय, वो वेदां नूं सुन के खुश हो गया, बहुत प्रसन्न होया। इन्ना खुश होया लाहौर वाला राजा, दिया सरब साजा, उन्हें भेटा दे विच अपना राज भाग ही सारा दे दिता। कुश दी कुल वाले जिहड़े वेद पाठी सी बने ना, सारा राज भाग उन्हां नूं दे दिता। लियो बन बासं महापाप नासं, रिखं भेस कीयं तिसै राज दियं। जदों 3 वेद मुल्क राय ने सुने, चौथा वेद जदों सुनाउण लगा तां अमृत राय नूं लाहौर राजधानी समेत सारा राज भाग दे दिता।
ਆਪ ਰਿਸ਼ੀ ਵਾਲਾ ਭੇਸ ਧਾਰ ਕੇ ਜਿਹੜਾ ਰਾਜਾ ਮੁਲਕ ਰਾਏ ਸੀ ਉਹ ਜੰਗਲਾਂ ਨੂੰ ਚਲਿਆ ਗਿਆ ਇਬਾਦਤ ਕਰਨ ਦੇ ਵਾਸਤੇ। ਤੇ ਫਿਰ ਆਉਣ ਵਾਲੇ ਸਮੇਂ ਬਾਬਤ ਜਾਣਦੇ ਹੋਏ ਜਿਹੜਾ ਅੰਮ੍ਰਿਤ ਰਾਏ ਬੇਦੀ ਸੀ ਨਾ, ਜਦੋਂ ਉਹਨੂੰ ਰਾਜ ਭਾਗ ਮਿਲ ਗਿਆ ਸਾਰਾ, ਤੇ ਅੰਮ੍ਰਿਤ ਰਾਏ ਬੇਦੀ ਨੇ ਮੁਲਕ ਰਾਏ ਨੂੰ, ਉਸ ਰਾਜੇ ਨੂੰ ਵਰਦਾਨ ਦਿੱਤਾ ਕਿ ਜਿਵੇਂ ਤੁਸੀਂ 3 ਵੇਦਾਂ ਨੂੰ ਸੁਣ ਕੇ ਆਪਣਾ ਰਾਜ ਭਾਗ ਮੈਨੂੰ ਸੌਂਪ ਦਿੱਤਾ ਹੈ, ਤੇ ਚੌਥਾ ਵੇਦ ਮੈਂ ਸੁਣਾਉਣਾ ਸ਼ੁਰੂ ਕੀਤਾ ਹੈ, ਤੇ ਤੂੰ ਰਾਜ ਭਾਗ ਦੇ ਕੇ ਹੁਣ ਤੁਰ ਚੱਲਿਆ ਹੈ। ਤ੍ਰਿਤੀ ਵੇਦ ਸੁਨਬੋ ਤੁਮ ਕੀਆ, ਚਤੁਰ ਵੇਦ ਸੁਨ ਭੂ ਕੋ ਦੀਆ। 3 जन्म हम हूँ जब धर हैं, चौथे जन्म गुरु तोहि कर हैं। दिचै पूरब देवना, जिस दी वस्त तिसै घर आवे। भाई गुरदास ने इशारा किया है सारी कथा वल, ते कलगीधर जी ने सारी लिखी है बचित्र नाटक विच। जिहड़ा कुश दी कुल वाला वेद पाठी सी ਅੰਮ੍ਰਿਤ ਰਾਏ, ਉਹਨੇ ਵਰਦਾਨ ਦਿੱਤਾ ਵੀ 3 ਵੇਦ ਜਦੋਂ ਸੁਣ ਲਏ ਤੂੰ ਮੁਲਕ ਰਾਏ, ਚੌਥਾ ਵੇਦ ਸੁਣਨ ਲੱਗਿਆ ਤੂੰ ਰਾਜ ਭਾਗ ਸਾਰਾ ਦੇ ਕੇ ਹੁਣ ਚੱਲਿਆ ਹੈ। ਮੈਂ ਤੈਨੂੰ ਵਰਦਾਨ ਦਿੰਦਾ ਹਾਂ, 3 जन्म हम हूँ जब धर हैं। 3 जन्म ਜਦੋਂ ਪਰਮੇਸ਼ਰ ਆਪ ਬੇਦੀਆਂ ਦੀ ਕੁਲ ਦੇ ਵਿੱਚ ਆਵੇਗਾ, ਗੁਰੂ ਨਾਨਕ ਨਾਮ ਕਹਾਵੇਗਾ, ਉਸ ਤੋਂ ਬਾਅਦ ਫਿਰ ਚੌਥੇ ਥਾਂ 'ਤੇ ਗੁਰਿਆਈ ਤੁਹਾਨੂੰ ਸੋਢੀਆਂ ਨੂੰ ਮਿਲੇਗੀ। ਇਹ ਵਰਦਾਨ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਬੇਦੀ ਕੁਲ ਦੇ ਵਿੱਚ ਆਏ ਤੇ ਸਤਿਗੁਰੂ ਨੇ ਸਿੱਖ ਧਰਮ ਸਥਾਪਿਤ ਕੀਤਾ। ਸਰੀਰ ਕਰਕੇ ਜਿਹੜੀ ਕੁੰਡਲੀ ਹੈ ਉਹ ਕਿਤੇ ਨਾ ਕਿਤੇ ਤਾਂ ਜੋੜਨੀ ਹੀ ਪਏਗੀ, ਭਾਵੇਂ ਕਿ ਕੁਝ ਅੱਜ ਦੇ ਉਹ ਇਸ ਕਥਾ ਨੂੰ ਕਹਿ ਦਿੰਦੇ ਜੀ ਇਹ ਕਥਾ ਸੁਣਾਇਆ, ਉਹ ਕਹਿਣਗੇ ਤੁਸੀਂ ਸਾਡੇ ਹਿੰਦੂਆਂ 'ਚੋਂ ਹੋ। ਇਹ ਤਾਂ ਦੁਨੀਆ ਜਾਣਦੀ ਹੈ ਵੀ ਬੇਦੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਸ ਕੁਲ ਵਿੱਚ ਪ੍ਰਕਾਸ਼ ਹੋਇਆ, ਆਗਮਨ ਹੋਇਆ, ਸਿੱਖ ਧਰਮ ਚਲਾਇਆ। ਸਿੱਖੀ ਦੇ ਅਸੂਲਾਂ ਨੂੰ ਧਾਰ ਕੇ ਸਿੱਖ ਬਣ ਸਕਦਾ ਹੈ। ਹਿੰਦੂ ਧਰਮ ਦੀ ਮਰਿਆਦਾ ਜੇ ਕੋਈ ਉਹਦੇ ਅਨੁਸਾਰ ਚੱਲਦਾ ਹੈ ਤੇ ਉਹ ਹਿੰਦੂ ਹੈ। ਸਰੀਰ ਦੀ ਕੁੰਡਲੀ ਜੁੜਨ ਦੇ ਨਾਲ ਕੋਈ ਹਿੰਦੂ ਜਾਂ ਮੁਸਲਿਮ ਨਹੀਂ ਬਣਦਾ। ਜਦੋਂ ਕੁਸ਼ ਦੀ ਕੁਲ ਵਾਲੇ ਵੇਦ ਪਾਠੀਆਂ ਤੋਂ ਵੇਦ ਸੁਣੇ, ਲਾਹੌਰ ਦਾ ਰਾਜਾ ਰਾਜ ਭਾਗ ਦੇ ਕੇ ਤੁਰਨ ਲੱਗਾ ਤਾਂ ਉਹਨਾਂ ਮਹਾਂਪੁਰਖਾਂ ਨੇ ਕਿਹਾ ਜਿਵੇਂ 3 ਵੇਦ ਸੁਣ ਕੇ ਚੌਥਾ ਸੁਣਨ ਲੱਗਿਆਂ ਤੂੰ ਰਾਜ ਭਾਗ ਦੇ ਦਿੱਤਾ ਹੈ, ਚੌਥੀ ਥਾਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੁਹਾਡੀ ਕੁਲ ਵਿੱਚ ਸੋਢੀਆਂ ਦੇ ਕੋਲ ਆ ਜਾਵੇਗੀ। ਕਲਗੀਧਰ ਪਾਤਸ਼ਾਹ ਜੀ ਲਿਖਦੇ ਨੇ, ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕੈ। ਬੇਦੀ ਨੂੰ ਜਦੋਂ ਰਾਜ ਮਿਲ ਗਿਆ, ਲਾਹੌਰ ਰਾਜਧਾਨੀ ਮਿਲ ਗਈ, ਉਹ ਖੁਸ਼ ਹੋ ਗਏ ਬੇਦੀ ਰਾਜ ਨੂੰ ਪਾ ਕੇ। ਦੇਤ ਭਇਓ ਬਰਦਾਨ ਹੀਐ ਹੁਲ ਸਾਏ ਕੈ, ਤੇ ਮਨ ਵਿੱਚ ਖੁਸ਼ ਹੋ ਕਰਕੇ ਉਹਨੇ ਵਰਦਾਨ ਦਿੱਤਾ, ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ। ਜਦੋਂ ਸਾਡੀ ਕੁਲ ਦੇ ਵਿੱਚੋਂ ਬੇਦੀਆਂ ਦੇ ਵਿੱਚ ਆਪ ਪਰਮੇਸ਼ਰ ਆਵੇਗਾ ਤੇ ਗੁਰੂ ਨਾਨਕ ਆਪਣੇ ਆਪ ਨੂੰ ਕਹਾਵੇਗਾ, ਹਉ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਸਾਰੀ ਜਗਤ ਪੂਜਾ ਕਰੇਗਾ ਤੇ ਉਦੋਂ ਫਿਰ ਚੌਥੇ ਥਾਂ 'ਤੇ ਤੁਹਾਨੂੰ ਗੁਰੂ ਕੀਤਾ ਜਾਵੇਗਾ। ਲਵੀ ਰਾਜ ਦੇ ਬਨ ਗਏ, ਬੇਦੀਆਂ ਕੀਨੋ ਰਾਜ। ਕਲਗੀਧਰ ਮਹਾਰਾਜ ਲਿਖਦੇ ਆ, ਲਾਹੌਰ ਵਾਲੇ ਰਾਜ ਦੇ ਕੇ ਜੰਗਲਾਂ ਨੂੰ ਚਲੇ ਗਏ। ਜਿਨ੍ਹਾਂ ਨੇ ਵੇਦ ਪੜ੍ਹੇ ਸੀ, ਕੁਸ਼ ਦੀ ਕੁਲ ਵਾਲੇ ਵੇਦੀਆਂ ਨੂੰ ਰਾਜ ਭਾਗ ਮਿਲ ਗਿਆ, ਉਹ ਰਾਜ ਭਾਗ ਕਰਨ ਲੱਗ ਪਏ। ਭਾਂਤ ਭਾਂਤ ਤਿੰਨ ਭੋਗਿਅੰ ਭੂਕਾ ਸਕਲ ਸਮਾਜ। ਸਾਰਾ ਰਾਜ ਭਾਗ ਉਹਨਾਂ ਨੇ ਭੋਗਿਆ, ਰਾਜ ਮਾਣਿਆ, ਆਨੰਦ ਮਾਣਿਆ। ਪਰ ਸਮਾਂ ਬੜਾ ਬਲਵਾਨ ਹੁੰਦਾ ਹੈ।
ਇਹ ਜਿਹੜੇ ਬੇਦੀ ਰਾਜ ਕਰਦੇ ਸੀ ਨਾ, ਫਿਰ ਇਹਨਾਂ ਦੀ ਆਪਸ ਵਿੱਚ ਲੜਾਈ ਵੱਧ ਗਈ, ਇਹਨਾਂ ਦਾ ਆਪਸ ਵਿੱਚ ਝਗੜਾ ਸ਼ੁਰੂ ਹੋ ਗਿਆ। ਬਹੁਰ ਬਿਖਾਦ ਬਾਧਿਅੰ ਕਿਨੀ ਨਾ ਤਾਹੇ ਸਾਧਿਅੰ, ਕਰਮ ਕਾਲ ਯਉ ਭਈ ਸੋ ਭੂਮ ਬੰਸ ਤੇ ਗਈ। ਜਦੋਂ ਲੜਾਈ ਝਗੜਾ ਵਧਿਆ ਆਪਸ ਵਿੱਚ ਇਹਨਾਂ ਦਾ, ਕਰਮ ਕਾਲ ਗਤੀ ਕੁਝ ਐਸੀ ਹੋਈ, ਸਮੇਂ ਦੀ ਐਸੀ ਚਾਲ ਚੱਲੀ ਗਈ, ਜਿੰਨੀ ਭੂਮੀ ਸੀ, ਜ਼ਮੀਨ ਸੀ ਇਹਨਾਂ ਦੇ ਕੋਲੋਂ ਸਾਰੀ ਖੁੱਸ ਗਈ, ਰਾਜ ਭਾਗ ਚਲਿਆ ਗਿਆ। ਸਿਰਫ 20 ਪਿੰਡ ਜਿਹੜੇ ਸੀ ਉਹ ਬੇਦੀਆਂ ਦੇ ਰਹਿ ਗਏ। ਮਹਾਰਾਜ ਲਿਖਦੇ ਨੇ 20 ਗਾਵ ਤਿਨਕੇ ਰਹਿ ਗਏ, ਜਿਨ ਮੋ ਕਰਤ ਕਿਰਸਾਨੀ ਭਏ। ਉਹ 20 ਪਿੰਡ ਸੀ ਜਿਹੜੇ ਵੇਦੀਆਂ ਦੇ, ਉਹਦੇ ਵਿੱਚ ਉਹ ਕਿਰਸਾਨੀ ਕਦੇ ਬਾਜਰਾ ਬੀਜ ਲਿਆ, ਛੋਲੇ ਬੀਜ ਲਏ, ਤਿਲ ਬੀਜ ਲਏ, ਜੌਂ ਬੀਜ ਲਏ, ਇੱਦਾਂ ਨਾ ਫਸਲ ਬੀਜ ਕੇ ਤੇ ਗੁਜ਼ਾਰਾ ਕਰਦੇ ਰਹੇ। 20 ਗਾਵ ਤਿਨਕੇ ਰਹਿ ਗਏ, ਜਿਨ ਮੋ ਕਰਤ ਕਿਰਸਾਨੀ ਭਏ। ਬਹੁਤ ਕਾਲ ਇਹ ਭਾਂਤ ਬਿਤਾਇਓ, ਜਨਮ ਸਮੈ ਨਾਨਕ ਕੋ ਆਇਓ। 20 ਪਿੰਡਾਂ ਦੇ ਵਿੱਚ ਇਹ ਬੇਦੀ ਵਾਹੀ ਖੇਤੀ ਕਰਦੇ। ਜਦੋਂ ਲੰਮਾ ਸਮਾਂ ਇਹਨਾਂ ਨੇ ਬਤੀਤ ਕੀਤਾ ਨਾ, ਤੇ ਫਿਰ ਸਮਾਂ ਆ ਗਿਆ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਾ। ਉਹ ਜਿਹੜੇ ਬੇਦੀ 20 ਪਿੰਡਾਂ ਵਿੱਚ ਰਹਿ ਗਏ, ਫਿਰ ਉਹਨਾਂ ਬੇਦੀਆਂ ਦੇ ਕੁਲ ਦੇ ਵਿੱਚ ਬਾਬਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ। 3 ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ, ਜਹ ਤੈ ਭਏ ਸਹਾਏ। ਕਲਗੀਧਰ ਮਹਾਰਾਜ ਲਿਖਦੇ, ਉਹਨਾਂ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ, ਜਿਨ੍ਹਾਂ ਨੇ ਆਪਣੇ ਸਾਰੇ ਪਿਆਰੇ ਸਿੱਖਾਂ ਨੂੰ ਸੁਖ ਦਿੱਤਾ, ਹਰ ਥਾਂ 'ਤੇ ਸਿੱਖਾਂ ਦੇ ਸਹਾਈ ਹੋਏ। ਤੇ ਫਿਰ ਜਦੋਂ ਸਮਾਂ ਅੱਗੇ ਚੱਲਿਆ, ਜਬ ਬਰਦਾਨ ਸਮੈ ਵਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਤਿਹ ਬਰਦਾਨ ਪੁਰਾਤਨ ਦੀਆ, ਅਮਰਦਾਸ ਸੁਰਪੁਰ ਮਗ ਲੀਆ। ਬੇਦੀਆਂ ਦੀ ਕੁਲ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ। ਮਹਾਰਾਜ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ, ਅਨੇਕਾਂ ਨੇ ਸਿੱਖੀ ਧਾਰਨ ਕੀਤੀ। ਤਿਹ ਬਰਦਾਨ ਜਬ ਬਰਦਾਨ ਸਮੈ ਬਹੁ ਆਵਾ। ਤੇ ਜਦੋਂ ਉਹ ਵਰਦਾਨ ਜਿਹੜਾ ਦਿੱਤਾ ਹੋਇਆ, ਉਹਦੇ ਸਫਲ ਹੋਣ ਦਾ ਸਮਾਂ ਆਇਆ, ਰਾਮਦਾਸ ਤਬ ਗੁਰੂ ਕਹਾਵਾ। ਉਦੋਂ ਫਿਰ ਸੋਢੀਆਂ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਬਣੇ। ਕਸੂਰ ਵਾਲੇ ਜਿਹੜੇ ਸੀ ਨਾ, ਉਹਨਾਂ ਨੂੰ ਰਾਜ ਮਿਲਿਆ ਸੀ। ਲਾਹੌਰ ਵਾਲੇ ਰਾਜ ਦੇ ਕੇ ਜੰਗਲਾਂ ਨੂੰ ਚਲੇ ਗਏ। ਚੌਥਾ ਵੇਦ ਸੁਣਦਿਆਂ ਕਿਹਾ ਸੀ, ਚੌਥੇ ਥਾਂ 'ਤੇ ਤੁਹਾਨੂੰ ਸੋਢੀਆਂ ਨੂੰ ਗੁਰਿਆਈ ਪ੍ਰਾਪਤ ਹੋਵੇਗੀ। ਕਿਉਂਕਿ ਜਾਣਕਾਰ ਸੀ, ਉਹ ਆਉਣ ਵਾਲੇ ਸਮੇਂ ਬਾਬਤ ਜਾਣਦਾ ਸੀ ਵੀ ਇਸ ਸੋਢੀਆਂ ਦੀ ਬੰਸ ਦੇ ਵਿੱਚ ਫਿਰ ਇਹਨਾਂ ਨੂੰ ਗੁਰਤਾ ਗੱਦੀ ਮਿਲੇਗੀ। ਮਹਾਰਾਜ ਕਲਗੀਧਰ ਜੀ ਲਿਖਦੇ ਨੇ, ਜਬ ਬਰਦਾਨ ਸਮੈ ਬਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਤਿਹ ਬਰਦਾਨ ਪੁਰਾਤਨ ਦੀਆ, ਅਮਰਦਾਸ ਸੁਰਪੁਰ ਮਗ ਲੀਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਪੁੱਤਰਾਂ ਨੂੰ ਬਾਬਾ ਮੋਹਰੀ ਤੇ ਬਾਬਾ ਮੋਹਨ ਨੂੰ ਛੱਡ ਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਇਸ਼ਾਰਾ ਕੀਤਾ ਹੈ, ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੇ। ਵੀ ਇਹ ਪੂਰਬ ਦਾ ਪਹਿਲਾਂ ਦਾ ਜੋ ਦੇਣਾ ਸੀ, ਜੋ ਪਹਿਲਾਂ ਦਾ ਦੇਣਾ ਹੁੰਦਾ, ਦੇਣਾ ਪੈਂਦਾ ਹੈ, ਅਤੇ ਜਿਹਦੀ ਵਸਤੂ ਹੋਵੇ ਉਹਦੇ ਘਰ ਦੇ ਵਿੱਚ ਹੀ ਆਉਂਦੀ ਹੈ। ਚੌਥੇ ਥਾਂ 'ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਕਹਾਏ। ਆਪ ਸਭ ਜਾਣਦੇ ਹੋ,
ਲਾਹੌਰ ਦੀ ਧਰਤੀ 'ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਬਚਪਨ ਵਿੱਚ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ। ਨਾਨੀ ਆਪਣੇ ਦੋਹਤੇ ਨੂੰ ਬਾਸਰ ਕੇ ਲੈ ਆਈ। ਇੱਥੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਘਰ ਦਾ ਗੁਜ਼ਾਰਾ, ਰੋਟੀ ਪਾਣੀ ਚੱਲਦਾ ਰਿਹਾ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਸਤਿਗੁਰੂ ਗੁਰੂ ਅਮਰਦਾਸ ਜੀ ਦਾ ਵੀ ਪਿੰਡ ਬਾਸਰ ਕੇ ਹੈ। ਤਾਂ ਨਾਨੀ ਫਿਰ ਇੱਥੇ ਗੋਇੰਦਵਾਲ ਲੈ ਆਈ। ਮਹਾਰਾਜ ਗੁਰੂ ਅਮਰਦਾਸ ਜੀ ਦੇ ਕੋਲ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਜਦ ਮੱਥਾ ਟੇਕਿਆ, ਭੱਟ ਸਾਹਿਬਾਨ ਲਿਖਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਉਹ ਵਸਤੂ ਪ੍ਰਾਪਤ ਹੋਈ ਜਿਹੜੀ ਕਿਤਿਓਂ ਵੀ ਮਿਲਦੀ ਨਹੀਂ ਹੈ। ਮਨ ਨੂੰ ਸੁੱਖ ਮਿਲਿਆ। ਇੱਥੇ ਵੀ ਘਾਟ 'ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ ਨੇ। ਬੜੇ ਪਿਆਰ ਦੇ ਨਾਲ ਸੇਵਾ ਕੀਤੀ। ਲੰਗਰ ਵਿੱਚ ਸੇਵਾ ਕਰਦੇ ਨੇ, ਤੱਪੜ ਝਾੜਨ ਦੀ ਸੇਵਾ ਕਰਦੇ ਹੈ, ਹਰ ਤਰ੍ਹਾਂ ਦੀ ਸੇਵਾ। ਅਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਬੌਲੀ ਦੀ ਕਾਰ ਕਰਵਾਈ ਗੋਇੰਦਵਾਲ, ਉਦੋਂ ਬੌਲੀ ਸਾਹਿਬ ਦੀ ਆਪ ਸੇਵਾ ਕਰਦੇ ਨੇ। ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਢੋਂਦੇ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਮਨਸ਼ਾ ਦੇਵੀ, ਉਹਨਾਂ ਨੇ ਇੱਕ ਦਿਨ ਸੁਭਾਵਕ ਮਹਾਰਾਜ ਨੂੰ ਬਚਨ ਕਿਹਾ, ਸੱਚੇ ਪਾਤਸ਼ਾਹ ਹੁਣ ਆਪਣੀ ਧੀ ਭਾਨੀ ਵਰ ਦੇ ਯੋਗ ਹੋ ਗਈ ਹੈ, ਵਰ ਲੱਭ ਕੇ ਵਿਆਹ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਹੋ ਜਿਹਾ ਵਰ ਹੋਵੇ। ਸਾਹਮਣੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਜੇ ਗੁਰਤਾ ਨਹੀਂ ਮਿਲੀ, ਟੋਕਰੀ ਢੋ ਰਹੇ ਨੇ। ਮਾਤਾ ਮਨਸ਼ਾ ਦੇਵੀ ਜੀ ਨੇ ਕਿਹਾ ਇਹੋ ਜਿਹਾ ਸੁਸ਼ੀਲ ਸੁਭਾਅ ਵਾਲਾ, ਨੇਕ ਸੁਭਾਅ ਵਾਲਾ ਭਾਨੀ ਵਾਸਤੇ ਵਰ ਹੋਵੇ। ਸੁਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵਰ ਤਾਂ ਫਿਰ ਲੱਭ ਗਿਆ ਹੈ। ਇਹਨਾਂ ਵਰਗੇ ਤਾਂ ਇਹੀ ਨੇ ਦੁਨੀਆ 'ਚ, ਇਹਨਾਂ ਵਰਗਾ ਕੋਈ ਹੋਰ ਨਹੀਂ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਧੀ ਭਾਨੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੱਤਾ। 1534 ਈਸਵੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਆਹ ਬੀਬੀ ਭਾਨੀ ਦੇ ਨਾਲ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਵੀ ਸੇਵਾ ਕਰਦੇ ਰਹੇ। ਮਨ ਵਿੱਚ ਇਹ ਖਿਆਲ ਨਹੀਂ ਕੀਤਾ ਇਹ ਮੇਰਾ ਸਹੁਰਾ ਘਰ ਹੈ ਜਾਂ ਸਹੁਰੇ ਘਰ ਦੇ ਵਿੱਚ ਸੰਸਾਰ ਦੇ ਵਿੱਚ ਜਿਵੇਂ ਲੋਕ ਕਰਦੇ ਹੈ ਕਿਵੇਂ ਰਹੀਦਾ ਹੈ, ਪਰ ਪਰਮੇਸ਼ਰ ਰੂਪ ਜਾਣ ਕੇ ਗੁਰੂ ਅਮਰਦਾਸ ਜੀ ਨੂੰ ਸੇਵਾ ਉਸੇ ਤਰ੍ਹਾਂ ਜਾਰੀ ਰਹੀ ਜਿਵੇਂ ਪਹਿਲਾਂ ਕਰਦੇ ਸੀ। ਬੀਬੀ ਭਾਨੀ ਜੀ ਨੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ। ਹਰ ਤਰ੍ਹਾਂ ਦੀ ਸੇਵਾ ਬੀਬੀ ਭਾਨੀ ਜੀ ਕਰਦੇ ਹੈ। ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਬੀਬੀ ਭਾਨੀ ਦੀ ਸੇਵਾ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋਏ ਅਤੇ ਪ੍ਰਸੰਨ ਹੋ ਕੇ ਸਤਿਗੁਰੂ ਨੇ ਬਚਨ ਕਿਹਾ ਸੀ, ਧੀਏ ਅਸੀਂ ਤੇਰੀ ਸੇਵਾ ਤੋਂ ਪ੍ਰਸੰਨ ਹਾਂ, ਜੋ ਮੰਗ ਤੂੰ ਮੰਗੇਂਗੀ ਉਹ ਮਿਲੇਗੀ। ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਹੈ, ਮਹਾਰਾਜ ਅੰਮ੍ਰਿਤ ਵੇਲੇ ਨਾ ਚੌਂਕੀ 'ਤੇ ਬੈਠਣ ਲੱਗੇ, ਸਮਾਧੀ ਸਥਿਤ ਹੋਣ ਲੱਗੇ। ਬੀਬੀ ਭਾਨੀ ਜੀ ਦਰਸ਼ਨ ਕਰਨ ਆਏ, ਵੇਖਿਆ ਚੌਂਕੀ ਦਾ ਇੱਕ ਪਾਵਾ ਟੁੱਟ ਗਿਆ, ਬਰਾਬਰ ਨਹੀਂ, ਅਤੇ ਥੱਲੇ ਪਾਵੇ ਦੇ ਆਪਣਾ ਹੱਥ ਰੱਖ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਸਮਾਧੀ ਲੀਨ ਹੋਏ। ਬੀਬੀ ਭਾਨੀ ਜੀ ਦਾ ਹੱਥ ਜਦੋਂ ਪਾਵੇ ਥੱਲੇ ਆਇਆ, ਭਾਰ ਦੇ ਨਾਲ ਹੱਥ ਦੀਆਂ ਜਿੰਨੀਆਂ ਨਸਾਂ ਸੀ ਖੂਨ ਰੁਕ ਗਿਆ। ਜਦੋਂ ਮਹਾਰਾਜ ਨੇ ਨੇਤਰ ਖੋਲ੍ਹੇ, ਵੇਖਿਆ, ਪੁੱਛਿਆ, ਧੀਏ ਇਹ ਕੀ? ਪਿਤਾ ਸਤਿਗੁਰੂ ਆਪ ਬਿਰਧ ਹੋ ਕਿਤੇ ਡਿੱਗ ਨਾ ਜਾਂਦੇ ਤਾਂ ਮੈਂ ਇਸ ਚੌਂਕੀ ਦੇ ਪਾਵੇ ਦੇ ਹੇਠਾਂ ਆਪਣਾ ਹੱਥ ਰੱਖ ਦਿੱਤਾ। ਕਵੀ ਸੰਤੋਖ ਸਿੰਘ ਨੇ ਇਸ ਤਰ੍ਹਾਂ ਲਿਖਿਆ ਹੈ। ਕਈਆਂ ਨੇ ਪੈਰ ਰੱਖਣ ਦਾ ਜ਼ਿਕਰ ਕੀਤਾ ਹੈ,
ਔਰ ਕਈਆਂ ਨੇ ਇਸ਼ਨਾਨ ਵੇਲੇ ਦੀ ਇਹ ਗੱਲ ਲਿਖੀ ਹੈ। ਸੋ ਇਤਿਹਾਸਕਾਰਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਵੀ ਜਦੋਂ ਮਹਾਰਾਜ ਇਸ਼ਨਾਨ ਕਰਨ ਲੱਗੇ ਉਦੋਂ ਪੀੜੇ ਥੱਲੇ ਚੌਂਕੀ ਥੱਲੇ ਹੱਥ ਦਿੱਤਾ ਸੀ, ਕਿੱਲ ਖੁੱਭ ਗਿਆ, ਲਹੂ ਵਗਿਆ। ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਤੇ ਇੰਨੇ ਪ੍ਰਸੰਨ ਹੋਏ, ਧੀਏ ਵਰ ਮੰਗ। ਤੇ ਬੀਬੀ ਭਾਨੀ ਜੀ ਨੇ ਬਚਨ ਕਿਹਾ, ਮਹਾਰਾਜ ਗੁਰਿਆਈ ਜਿਹੜੀ ਹੈ ਇਹ ਸੋਢੀਆਂ ਦੇ ਵਿੱਚ ਹੀ ਰਹੇ। ਸੱਚੇ ਪਾਤਸ਼ਾਹ ਨੇ ਕਿਹਾ, ਵੇਖੋ ਆਉਣ ਵਾਲੇ ਸਮੇਂ ਵਿੱਚ ਬਹੁਤ ਦੁੱਖ ਆਉਣਗੇ, ਸ਼ਹਾਦਤਾਂ ਹੋਣਗੀਆਂ। ਤੇ ਬੀਬੀ ਭਾਨੀ ਜੀ ਕਹਿਣ ਲੱਗੇ, ਮਹਾਰਾਜ ਇਹ ਅਜਰ ਹੋਰ ਕਿਸੇ ਤੋਂ ਜਰਿਆ ਵੀ ਨਹੀਂ ਜਾਣਾ। ਇਹ ਅਜਰ ਜਰਨ ਵਾਸਤੇ ਤੁਸੀਂ ਹੀ ਬਲ ਬਖਸ਼ਣਾ ਹੈ। ਯੋਗ ਸੋਢੀਆਂ ਦੇ ਵਿੱਚ ਹੋਏ ਤਾਂ ਹੀ ਗੁਰਿਆਈ ਮਿਲੀ, ਗੁਰਤਾ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਹ ਤਾਂ ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੇ, ਇਹ ਵੀ ਸੀ। ਫਿਰ ਗੁਰੂ ਰਾਮਦਾਸ ਜੀ ਦੀ ਸੇਵਾ, ਬੀਬੀ ਭਾਨੀ ਦੀ ਸੇਵਾ, ਤੇ ਫਿਰ ਜਿਹੜਾ ਯੋਗ ਸੀ ਗੁਰਗੱਦੀ ਨੂੰ ਪ੍ਰਾਪਤ ਕਰਨ ਦੇ ਜਿਹੜਾ ਯੋਗ ਸੀ, ਉਸੇ ਨੂੰ ਸਤਿਗੁਰੂ ਅਮਰਦਾਸ ਜੀ ਨੇ ਗੁਰਿਆਈ ਬਖਸ਼ੀ। ਮਹਾਰਾਜ ਗੁਰੂ ਅਮਰਦਾਸ ਜੀ ਦੇ ਦੋ ਜਵਾਈ ਨੇ, ਗੁਰੂ ਰਾਮਦਾਸ ਜੀ ਤੇ ਭਾਈ ਰਾਮਾ ਜੀ। ਬੀਬੀ ਭਾਨੀ ਤੇ ਬੀਬੀ ਦਾਨੀ ਦੋ ਸਪੁੱਤਰੀਆਂ ਨੇ ਸਤਿਗੁਰੂ ਜੀ ਦੀਆਂ। ਬੀਬੀ ਦਾਨੀ ਜੀ ਦੇ ਪਤੀ ਦਾ ਨਾਮ ਭਾਈ ਰਾਮਾ ਹੈ। ਤੋ ਸਿੱਖ ਸੰਗਤਾਂ ਦੇ ਮਨ ਵਿੱਚ ਇਹ ਸੀ ਵੀ ਦੋਵੇਂ ਸੇਵਾ ਕਰਦੇ ਨੇ, ਮਹਾਰਾਜ ਕਿਸ ਨੂੰ ਗੁਰਿਆਈ ਬਖਸ਼ਣਗੇ। ਤੋ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਜੋ ਸੀ, ਸਤਿਗੁਰੂ ਨੇ ਪਰਖ ਦੀ ਕਸਵੱਟੀ ਲਾਈ, ਪਤਾ ਲੱਗੇ ਗੁਰਿਆਈ ਕਿਸ ਨੂੰ ਮਿਲਣੀ ਹੈ। ਮਹਾਰਾਜ ਜਦੋਂ ਬੌਲੀ ਦੀ ਕਾਰ ਕਰਵਾਉਂਦੇ ਸੀ, ਸੱਚੇ ਪਾਤਸ਼ਾਹ ਨੇ ਨਾ ਉਸ ਤੋਂ ਬਾਅਦ ਬੌਲੀ ਦੇ ਬਾਹਰ ਵਾਰ ਆਪਣੇ ਦੋਨਾਂ ਹੀ ਜਵਾਈਆਂ ਨੂੰ, ਧੰਨ ਗੁਰੂ ਰਾਮਦਾਸ ਤੇ ਭਾਈ ਰਾਮੇ ਨੂੰ ਕਿਹਾ, ਸਾਡੇ ਵਾਸਤੇ ਥੜੀਆਂ ਬਣਾਓ, ਇਹਦੇ 'ਤੇ ਅਸੀਂ ਬੈਠਿਆ ਕਰਾਂਗੇ, ਉਪਦੇਸ਼ ਦਿਆ ਕਰਾਂਗੇ ਸੰਗਤਾਂ ਨੂੰ। ਨਾਲ ਦੱਸ ਦਿੱਤਾ ਨਕਸ਼ਾ ਇੱਦਾਂ ਇੱਦਾਂ ਦੀ ਬਣਾਉਣੀ ਹੈ। ਦੋਵਾਂ ਨੇ ਥੜੀਆਂ ਬਣਾਈਆਂ। ਅਗਲੇ ਦਿਨ ਸਤਿਗੁਰੂ ਆਏ ਨੇ ਸ਼ਾਮ ਨੂੰ, ਤੇ ਮਹਾਰਾਜ ਕਹਿੰਦੇ ਨਹੀਂ ਸਾਡੇ ਪਸੰਦ ਦੀਆਂ ਨਹੀਂ ਬਣੀਆਂ, ਢਾਹ ਦਿਓ, ਦੁਬਾਰਾ ਬਣਾਓ। ਥੜੀਆਂ ਢਾਹ ਦਿੱਤੀਆਂ ਦੋਵਾਂ ਨੇ, ਭਾਈ ਰਾਮੇ ਨੇ ਵੀ, ਗੁਰੂ ਰਾਮਦਾਸ ਜੀ ਨੇ। ਫਿਰ ਤੀਜੇ ਦਿਨ ਬਣਵਾਈਆਂ, ਉਹ ਵੀ ਮਹਾਰਾਜ ਨੇ ਢਵਾ ਦਿੱਤੀਆਂ। ਦੂਜਾ, ਤੀਜਾ, ਚੌਥਾ, 7 ਦਿਨ ਸਤਿਗੁਰੂ ਇਸ ਤਰ੍ਹਾਂ ਕਰਦੇ ਰਹੇ। ਅਖੀਰ ਭਾਈ ਰਾਮਾ ਬੋਲ ਪਿਆ। ਮਹਾਰਾਜ ਗੁਰੂ ਅਮਰਦਾਸ ਜੀ ਨੂੰ ਕਹਿੰਦਾ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਬਣਾ ਕੇ ਜਾਂਦਾ ਹਾਂ, ਤੁਸੀਂ ਆਪਣੀ ਕਹੀ ਹੋਈ ਗੱਲ ਭੁੱਲ ਜਾਂਦੇ ਹੋ, ਉਮਰ ਤੁਹਾਡੀ ਵਡੇਰੀ ਹੋ ਗਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇਖਦੇ ਨੇ, ਹੁਣ ਗੁਰੂ ਦੀ ਉਮਰ ਪਰਖਣ ਲੱਗ ਪਏ ਵੀ ਜੋ ਗੁਰੂ ਦੱਸ ਕੇ ਜਾਂਦਾ ਗੁਰੂ ਭੁੱਲ ਜਾਂਦਾ, ਸਮਝ ਨਹੀਂ। ਗੁਰਬਾਣੀ ਕਹਿੰਦੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਿੱਖ ਸੰਗਤਾਂ ਜਾਣ ਗਈਆਂ ਤੇ ਜਦੋਂ ਗੁਰੂ ਰਾਮਦਾਸ ਦੇ ਕੋਲ ਆਏ, ਕਿਹਾ ਢਾਹ ਦਿਓ। ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਂ ਅਣਜਾਣ ਹਾਂ, ਹਉ ਅਜਾਨ ਭੁੱਲਣ ਹਾਰੋ। ਮਹਾਰਾਜ ਜਿਵੇਂ ਤੁਸੀਂ ਦੱਸਦੇ ਹੋ ਮੈਂ ਨਿੱਤ ਭੁੱਲ ਜਾਂਦਾ ਹਾਂ, ਮੈਨੂੰ ਨਹੀਂ ਚੇਤੇ ਰਹਿੰਦਾ ਕਿਸ ਤਰ੍ਹਾਂ ਦੀ ਥੜੀ ਬਣਾਉਣੀ ਹੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਗਲਵਕੜੀ ਦੇ ਵਿੱਚ ਲੈ ਲਿਆ। ਇਹ ਗੁਰਤਾ ਗੱਦੀ ਦੇ ਬੈਠਣ, ਗੁਰਤਾ ਗੱਦੀ ਦਾ ਭਾਰ ਇਹੀ ਸੰਭਾਲਣ ਦੇ ਯੋਗ ਹੈ। ਗੁਰੂ ਅਮਰਦਾਸ ਮਹਾਰਾਜ ਨੇ ਮਿਹਰਾਮਤ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਮੇਰੀ ਖੁਸ਼ੀ ਹੈ, ਮੈਂ ਖੁਸ਼ ਹੁੰਦਾ ਹਾਂ ਤੁਹਾਡਾ ਹੁਕਮ ਮੰਨਣ ਦੇ ਵਿੱਚ। ਤੁਸੀਂ ਹੁਕਮ ਕਰ ਦਿਓ, ਥੜੀ ਬਣਾਓ, ਮੈਂ ਬਣਾ ਦਿੰਦਾ ਹਾਂ। ਤੁਸੀਂ ਆ ਕੇ ਕਹਿੰਦੇ ਢਾਹ ਦਿਓ, ਮੈਂ ਢਾਹ ਦਿੰਦਾ ਹਾਂ। ਮੈਂ ਹੁਕਮ ਮੰਨਦਾ ਹਾਂ, ਮੈਨੂੰ ਖੁਸ਼ੀ ਹੁੰਦੀ ਹੈ। ਪਰਖ ਦੀ ਕਸਵੱਟੀ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਪਾਸ ਹੋਏ ਤੇ ਸਮਾਂ ਆਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਮੋਹਨ ਤੇ ਬਾਬਾ ਮੋਹਰੀ ਨੂੰ ਛੱਡ ਕੇ ਆਪਣੇ ਜਵਾਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ। ਸੋਢੀਆਂ ਦੇ ਵਿੱਚ ਗੁਰਿਆਈ ਆਈ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਿਛਲਾ ਦੇਣਾ ਜ਼ਰੂਰ ਪੈਂਦਾ ਏ, ਜਿਸ ਦੀ ਵਸਤੂ ਹੋਵੇ ਉਸੇ ਦੇ ਇਹ ਘਰ ਦੇ ਵਿੱਚ ਆਉਂਦੀ ਹੈ। ਸੋ ਗੁਰੂ ਰਾਮਦਾਸ ਮਹਾਰਾਜ
ਸੋਢੀ ਪਾਤਸ਼ਾਹ ਸਤਿਗੁਰੂ ਗੁਰੂ ਬਣੇ। ਗੁਰੂ ਰਾਮਦਾਸ ਆਪਣਾ ਨਾਮ ਕਹਾਇਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰਤਾ ਗੱਦੀ ਤੇ ਸੋਢੀ ਪਾਤਸ਼ਾਹ ਸਥਿਤ ਹੋਇਆ ਤੇ ਸ੍ਰੀ ਗੁਰੂ ਰਾਮਦਾਸ ਜੀ ਆਪਣਾ ਨਾਮ ਕਹਾਇਆ, ਪ੍ਰਸਿੱਧ ਹੋਏ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਨ ਤਾਲ ਅੰਮ੍ਰਿਤਸਰ ਜੋ ਸਰੋਵਰ ਹੈ ਉਹ ਪੂਰਾ ਖੁਦਵਾਇਆ ਤੇ ਅੰਮ੍ਰਿਤਸਰ ਵਿੱਚ ਬੈਠ ਕੇ ਗੁਰਤਾ ਗੱਦੀ ਦੀ ਜੋਤ ਦਾ ਸਤਿਗੁਰੂ ਨੇ ਚਾਨਣਾ ਕੀਤਾ। ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਾਲਕ ਦਾ ਖਸਮ ਦਾ ਉਲਟਾ ਖੇਲ ਵੇਖੋ। ਉਲਟੀ ਖੇਡ ਇਹ ਹੈ, ਦੁਨੀਆ ਦੀਆਂ ਹੋਰ ਜਿੰਨੀਆਂ ਅਸੀਂ ਇੱਥੇ ਨਦੀਆਂ ਵੇਖਦੇ ਹਾਂ ਇਹ ਪੱਛਮ ਵੱਲ ਜਾ ਕੇ ਸਮੁੰਦਰ ਵਿੱਚ ਸਮਾਉਂਦੀਆਂ ਨੇ, ਪਰ ਗੰਗਾ ਉੱਤਰ ਤੋਂ ਚੜ੍ਹਦੇ ਨੂੰ ਪੂਰਬ ਨੂੰ ਜਾ ਕੇ ਤੇ ਬੰਗਾਲੇ ਸਮੁੰਦਰ ਦੇ ਵਿੱਚ ਜਾ ਪੈਂਦੀ ਹੈ। ਉਹ ਉੱਧਰ ਨੂੰ ਕਲਕੱਤੇ ਵੱਲ ਨੂੰ ਜਾ ਕੇ ਫਿਰ ਉਹ ਸਮੁੰਦਰ ਦੇ ਵਿੱਚ ਪੈਂਦੀ ਹੈ। ਗੰਗਾ ਜਿਹੜੀ ਹੈ ਉਹ ਚੜ੍ਹਦੇ ਨੂੰ ਚੱਲਦੀ ਹੋਈ ਸਮੁੰਦਰ 'ਚ ਪੈਂਦੀ ਹੈ, ਬਾਕੀ ਪੱਛਮ ਨੂੰ ਜਾਂਦੀਆਂ ਹੋਈਆਂ ਸਮੁੰਦਰ ਵਿੱਚ ਪੈਂਦੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਲਟੀ ਗੰਗ ਸਮੁੰਦਰ ਸਮਾਵੇ। ਪੁੱਤਰਾਂ ਨੂੰ ਛੱਡ ਕੇ ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਆਪਣੇ ਜਵਾਈ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ। ਇਹ ਉਲਟੀ ਗੰਗ ਸਮੁੰਦਰ ਸਮਾਵੇ ਹੈ। ਦਿੱਤਾ ਲਈਏ ਆਪਣਾ ਅਣ ਦਿੱਤਾ ਕਛ ਹੱਥ ਨ ਆਵੇ। ਆਪਣਾ ਹੀ ਦਿੱਤਾ ਹੋਇਆ ਲਿਆ ਜਾਂਦਾ ਹੈ, ਦਿੱਤੇ ਤੋਂ ਬਿਨਾਂ ਕੁਝ ਵੀ ਹੱਥ ਵਿੱਚ ਨਹੀਂ ਆਉਂਦਾ। ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ। ਫਿਰ ਗੁਰਿਆਈ ਗੁਰੂ ਅਰਜੁਨ ਦੇਵ ਜੀ ਦੇ ਘਰ ਆਈ ਤੇ ਸੰਸਾਰੀ ਪੁੱਤਰ ਗੁਰੂ ਕਹਾਉਣ ਲੱਗੇ। ਸੰਸਾਰੀ ਪੁੱਤਰ ਗੁਰੂ ਅਰਜੁਨ ਦੇਵ ਜੀ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਨੇ, ਉਹ ਗੁਰੂ ਕਹਾਏ। ਜਾਣ ਨਾ ਦੇਸਾਂ ਸੋਢੀਓ ਹੋ ਰਸ ਅਜਰ ਨ ਜਰਿਆ ਜਾਵੇ। ਤੇ ਭਾਈ ਗੁਰਦਾਸ ਜੀ ਨੇ ਆਪਣੀ ਭੈਣ ਬੀਬੀ ਭਾਨੀ ਦੇ ਬੋਲਾਂ ਦਾ ਜ਼ਿਕਰ ਕੀਤਾ ਹੈ। ਮਹਾਰਾਜ ਨੂੰ ਕਿਹਾ ਸੀ ਵੀ ਮੈਂ ਸੋਢੀਆਂ ਤੋਂ ਬਾਹਰ ਇਹ ਹੁਣ ਗੁਰਤਾ ਗੱਦੀ ਨਹੀਂ ਜਾਣ ਦੇਵਾਂਗੀ, ਕਿਉਂਕਿ ਹੋਰ ਕੋਈ ਇਸ ਅਜਰ ਨੂੰ ਜਰ ਨਹੀਂ ਸਕਦਾ। ਘਰ ਹੀ ਕੀ ਵਥ ਘਰੇ ਰਹਾਵੇ। ਸੋ ਘਰ ਦੀ ਜਿਹੜੀ ਵੱਥ ਵਸਤੂ ਹੈ ਉਹ ਘਰ ਦੇ ਵਿੱਚ ਹੀ ਰਹੇ। ਫਿਰ ਸੋਢੀਆਂ ਦੇ ਵਿੱਚ ਹੀ ਸਾਰੇ ਗੁਰਿਆਈ ਦਾ ਭਾਰ ਚੁੱਕਣ ਦੇ ਯੋਗ ਹੋਏ। ਕਲਗੀਧਰ ਪਾਤਸ਼ਾਹ ਜੀ ਤੱਕ, ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸੋਢੀਆਂ ਦੇ ਕੋਲ ਹੀ ਗੁਰਿਆਈ ਰਹੀ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ ਜੀ। ਜਾਣ ਨਾ ਦੇਸਾਂ ਸੋਢੀਓ ਹੋ ਰਸ ਅਜਰ ਨ ਜਰਿਆ ਜਾਵੇ। ਘਰ ਹੀ ਕੀ ਵਥ ਘਰੇ ਰਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।